ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਅਸੀਂ ਇਹ ਐਪੀਸੋਡ ਬਾਬਾ ਇਕਬਾਲ ਸਿੰਘ ਜੀ ਬੜੂਸਾ ਵਾਲਿਆਂ ਵੱਲੋਂ ਚਲਾਏ ਗਏ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਗੱਲ ਹਾਸੋਹੀਣੀ ਹੈ ਸੁਣਨੇ 'ਚ ਆਇਆ, ਗੱਲ ਹਾਸੋਹੀਣੀ ਹੈ ਸੁਣਨੇ 'ਚ ਆਇਆ ਕਿ ਵਿਕਣ 'ਤੇ ਲੱਗੀ ਹੈ ਜ਼ਮੀਨ ਚੰਨ ਦੀ। ਗੱਲ ਹਾਸੋਹੀਣੀ ਹੈ ਸੁਣਨੇ 'ਚ ਆਇਆ ਕਿ ਵਿਕਣ 'ਤੇ ਲੱਗੀ ਹੈ ਜ਼ਮੀਨ ਚੰਨ ਦੀ। ਦੇਖਾ ਦੇਖੀ ਦੀ ਦੌੜ 'ਚ ਦੁਨੀਆ, ਦੇਖਾ ਦੇਖੀ ਦੀ ਦੌੜ 'ਚ ਦੁਨੀਆ, ਕੈਸੀ ਦੁਰਦਸ਼ਾ ਹੋਈ ਪਈ ਮਨ ਦੀ। ਹੌਲੀ ਹੌਲੀ ਵੇਖਿਓ ਤਾਰੇ ਵੀ ਵਿਕਣੇ, ਹੌਲੀ ਹੌਲੀ ਵੇਖਿਓ ਤਾਰੇ ਵੀ ਵਿਕਣੇ। ਗੱਲ ਮੇਰੀ ਪੱਕੀ ਹੈ ਆਉਣ ਵਾਲੇ ਸੰਨ ਦੀ, ਜਦੋਂ ਤੱਕ ਪਰਲੋ ਨਾ ਦਸਤਕ ਦੇਵੇ, ਜਦੋਂ ਤੱਕ ਪਰਲੋ ਨਾ ਦਸਤਕ ਦੇਵੇ, ਉਦੋਂ ਤੱਕ ਲੱਗਦਾ ਇਹ ਦੁਨੀਆ ਨਹੀਂ ਮੰਨਦੀ, ਉਦੋਂ ਤੱਕ ਲੱਗਦਾ ਇਹ ਦੁਨੀਆ ਨਹੀਂ ਮੰਨਦੀ। ਦੋਸਤੋ, ਅੱਜ ਦੇ ਇਸ ਐਪੀਸੋਡ ਦੇ ਨਾਲ ਅਸੀਂ ਬੈਕ ਟੂ ਸਟੂਡੀਓ ਹੋ ਗਏ ਹਾਂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਹੀ ਰਹੇ ਹੋਵੋਗੇ, ਸਾਡੀ ਸੰਗਤ ਟੀਵੀ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਨਵਾਂ ਸੈਟਅਪ ਲਾਇਆ, ਪਰ ਐਪੀਸੋਡ ਉਹੀ ਹੈ, ਸ਼ੋਅ ਉਹੀ ਹੈ, ਰੀਬੂਟ ਪੰਜਾਬ ਅਸੀਂ ਉਹੀ ਹਾਂ, ਅਤੇ ਜਿਹੜੀ ਗੱਲਬਾਤ ਹੈ ਉਹ ਨਵੀਂ ਹੋਏਗੀ, ਪਰ ਮੁੱਦੇ ਉਹੀ ਨੇ। ਸਾਡੇ ਜੋ ਪੰਜਾਬ ਦੇ ਦਰਦ ਉਹੀ ਨੇ, ਜੋ ਸਾਡੇ ਐਪੀਸੋਡ ਹੈ, ਜੋ ਐਜੂਕੇਸ਼ਨ ਨੂੰ ਡੈਡੀਕੇਟਡ ਸਾਡੇ ਐਪੀਸੋਡ ਹੈਗੇ ਨੇ, ਸਮਾਜਿਕ ਮੁੱਦਿਆਂ ਨੂੰ ਡੈਡੀਕੇਟਡ ਸਾਡੇ ਐਪੀਸੋਡ ਹੈਗੇ ਨੇ, ਉਹ ਉਹੀ ਨੇ, ਪਰ ਗੱਲਬਾਤ ਨਵੀਂ ਹੋਏਗੀ। ਸੋ ਆਓ ਅੱਜ ਸਟੂਡੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਸਾਡੇ ਨਾਲ ਜੁੜ ਚੁੱਕੇ ਸਰਦਾਰ ਰਣਬੀਰ ਸਿੰਘ ਜੀ ਅਟਵਾਲ ਜੀ ਦਾ। ਅਟਵਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਡੇ ਨਵੇਂ ਇਸ ਸੈਟਅਪ ਦੇ ਵਿੱਚ, ਸਟੂਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟਵਾਲ ਸਾਹਿਬ, ਅਸੀਂ ਛੋਟੇ ਹੁੰਦਿਆਂ ਤੋਂ ਇਹ ਪੜ੍ਹਦੇ ਆ ਰਹੇ ਹਾਂ ਕਿ ਇਨਸਾਨ ਜਿਹੜਾ ਹੈਗਾ ਸੋਸ਼ਲ ਐਨੀਮਲ ਸਾਨੂੰ ਪੜ੍ਹਾਇਆ ਗਿਆ ਕਿਤਾਬਾਂ ਦੇ ਵਿੱਚ। ਮੈਨੂੰ ਇੱਦਾਂ ਲੱਗਦਾ, ਸੋਚ ਰਿਹਾ ਸੀ ਕਿ ਪਤਾ ਨਹੀਂ ਮੈਂ ਕਿੰਨਾ ਕੁ ਸਹੀ ਹੋਵਾਂਗਾ, ਕਿੰਨਾ ਕੁ ਗਲਤ ਹੋਵਾਂਗਾ, ਕਿ ਅਗਰ ਇਨਸਾਨ ਵਾਕਈ ਹੀ ਸੋਸ਼ਲ ਐਨੀਮਲ ਹੀ ਰਹਿੰਦਾ ਤਾਂ ਸ਼ਾਇਦ ਇਹ ਪ੍ਰਿਥਵੀ ਦੀ ਜੋ ਸਥਿਤੀ ਹੈ, ਜੋ ਕੰਡੀਸ਼ਨ ਹੈ ਸਾਡੀ ਧਰਤੀ ਦੀ, ਧਰਤੀ ਮਾਂ ਦੀ, ਤਾਂ ਸ਼ਾਇਦ ਉਹ ਬਿਹਤਰ ਹੁੰਦੀ, ਜਾਂ ਕਹਿ ਲਓ ਵੀ ਉਸੇ ਤਰ੍ਹਾਂ ਹੁੰਦੀ ਜਿਸ ਤਰ੍ਹਾਂ ਇਹ ਹੋਣੀ ਚਾਹੀਦੀ ਸੀ ਆਈਡੀਅਲ ਸਟੇਟ ਦੇ ਵਿੱਚ। ਪਰ ਜਾਂ ਤਾਂ ਕਹਿ ਲਓ ਐਜੂਕੇਸ਼ਨ ਸਿਸਟਮ ਨੇ ਜੋ ਆਊਟਪੁੱਟ ਨਿਕਲਦੀ ਹੈ, ਜੋ ਐਂਡ ਪ੍ਰੋਡਕਟ ਬਣ ਕੇ ਨਿਕਲ ਰਿਹਾ ਹੈ, ਉਹ ਇੱਕ ਕਹਿ ਲਓ ਵੀ ਇਕਨੋਮਿਕ ਫਰੇਮਵਰਕ ਦੇ ਵਿੱਚ ਨਿਕਲ ਰਿਹਾ ਹੈ, ਅਤੇ ਸੋਸ਼ਲ ਐਨੀਮਲ ਤੋਂ ਕਹਿ ਲਓ ਪਤਾ ਨਹੀਂ ਕਦੋਂ ਐਜੂਕੇਸ਼ਨ ਨੇ ਇੱਕ ਜਿਹੜਾ ਸਟੀਅਰਿੰਗ ਘੁਮਾਇਆ ਅਤੇ ਇਕਨੋਮਿਕ ਐਨੀਮਲ ਜੋ ਹੈ ਬਣ ਗਿਆ। ਇਕੱਲੇ ਇਨਸਾਨ ਦੀ ਗੱਲ ਨਾ ਕਰੀਏ ਤਾਂ ਦੁਨੀਆ ਦੀ ਗੱਲ ਕਰੀਏ ਕਿ ਸਾਨੂੰ ਵੀ ਪਤਾ ਆ, ਸਾਡੇ ਦਰਸ਼ਕਾਂ ਨੂੰ ਵੀ ਪਤਾ ਆ ਕਿ ਕਿਸ ਤਰ੍ਹਾਂ ਕੰਟਰੀਆਂ ਜੋ ਹੈ ਆਪਣੇ ਇਕਨੋਮਿਕ ਬੈਨੀਫਿਟ ਦੇ ਲਈ ਦੂਜੀਆਂ ਕੰਟਰੀਆਂ ਦੇ ਨਾਲ ਕੌਨਫਲਿਕਟ ਚੱਲਦੇ ਹੈਗੇ ਆ। ਅੱਜ ਦੇ ਨਹੀਂ ਹੈ, 100, 150, 200 ਸਾਲ ਪਿੱਛੇ ਚੱਲ ਜਾਈਏ, ਉਹ ਚੱਲਦੇ ਆਏ ਆ। ਕਿਤੇ ਨਾ ਕਿਤੇ ਉਹਨਾਂ 'ਚ ਲੁਕਮਾ ਇਕਨੋਮਿਕ ਫੈਕਟਰ ਜ਼ਰੂਰ ਹੁੰਦਾ ਆ, ਚਾਹੇ ਉਹ ਡਾਇਰੈਕਟ ਹੋਵੇ, ਇਨਡਾਇਰੈਕਟ ਹੋਵੇ, ਫੈਕਚੁਅਲ ਹੋਵੇ, ਤੁਹਾਡੇ ਸਾਹਮਣੇ ਕਲੀਅਰ ਹੋਵੇ, ਜਾਂ ਫਿਰ ਹਿਡਨ ਹੋਵੇ, ਹੈ ਨਾ। ਕੀ ਕਹਿਣਾ ਚਾਹੋਗੇ ਜੋ ਇਹ ਜੋ ਸਫ਼ਰ ਇਨਸਾਨੀਅਤ ਨੇ ਤੈਅ ਕੀਤਾ ਹੈਗਾ ਸੋਸ਼ਲ ਐਨੀਮਲ ਤੋਂ ਇਕਨੋਮਿਕ ਐਨੀਮਲ ਵੱਲ ਦਾ? ਬੱਬਲ ਸਾਹਿਬ, ਤੁਹਾਡਾ ਕੁਐਸਚਨ ਬੜਾ ਡਿਫਰੈਂਟ ਜਿਹਾ ਸਾਡੇ ਨੋਰਮਲ ਪ੍ਰੋਗਰਾਮ ਨਾਲੋਂ ਜੀ, ਅਤੇ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਿਹੜੇ ਐਨੀਮਲ ਕਿੰਗਡਮ ਦੇ ਵਿੱਚ ਜੇ ਅਸੀਂ ਟੌਪ 'ਤੇ ਕਿਸੇ ਨੂੰ ਰੈਂਕ ਕਰਨਾ ਹੋਵੇ ਤਾਂ ਇਨਸਾਨ ਦਾ ਹੀ ਰੁਤਬਾ ਬਣਦਾ ਕਿ ਐਨੀਮਲ ਕਿੰਗਡਮ ਦਾ ਜੋ ਕਿੰਗ ਹੈ ਉਹ ਇਨਸਾਨ ਹੀ ਹੈ ਜੀ। ਅਤੇ ਗੁਰਬਾਣੀ ਦਾ ਵੀ ਇਹੀ ਫਰਮਾਨ ਹੈ ਕਿ ਭਈ ਪ੍ਰਾਪਤ ਮਾਨੁਖ ਦੇਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਹੁਣ ਇੱਥੋਂ ਇਹੋ ਹੀ ਗੁਰਬਾਣੀ ਦਾ ਜੋ ਇਸ਼ਾਰਾ ਹੈ ਕਿ ਐਨੀਮਲ ਇਨਸਟਿੰਕਟ ਜਿਹੜਾ ਤੁਹਾਡੇ ਅੰਦਰ ਇੱਕ ਜਾਨਵਰ ਵਿਰਤੀ ਹੈ, ਉਸ ਜਾਨਵਰ ਵਿਰਤੀ ਨੂੰ ਖ਼ਤਮ ਕਰਕੇ ਇੱਕ ਸਮਾਜਿਕ ਵਿਰਤੀ ਨੂੰ ਉਭਾਰਨਾ। ਸੋ ਇਹ ਤਾਂ ਦੇਖੋ ਸਦੀਆਂ ਦਾ ਸਫ਼ਰ ਹੈ ਇਹਦੇ ਵਿੱਚ ਕਿ ਕੁਕਰਮ ਤੋਂ ਧਰਮ ਵੱਲ ਜਾਣਾ, ਮਨਮਤ ਤੋਂ ਗੁਰਮਤ ਵੱਲ ਜਾਣਾ। ਸੋ ਇਹ ਤਾਂ ਜਿਹੜੀ ਹੈ, ਪਰ ਇਹਦੇ 'ਚ ਸਾਨੂੰ ਇੱਕ ਤਰ੍ਹਾਂ ਦੀ ਜੋ ਟਰਾਂਜ਼ੀਸ਼ਨ ਹੈ, ਇੱਕ ਤਰ੍ਹਾਂ ਦੀ ਪ੍ਰੋਗਰੈਸ਼ਨ ਹੈ, ਐਵੋਲਿਊਸ਼ਨ ਹੈ ਜੀ। ਬੜੀਆਂ ਥਿਊਰੀਆਂ, ਬੜੀਆਂ ਬੁੱਕਾਂ, ਸਭ ਕੁਛ ਗਿਆਨ ਦਾ ਕੋਈ ਕਮੀ ਨਹੀਂ ਰਹਿ ਗਈ। ਪਰ ਦੁੱਖ ਇਸ ਗੱਲ ਦਾ ਹੈ ਕਿ ਇੱਕ ਸਮਾਜਿਕ ਜਾਨਵਰ ਵੀ ਬਣ ਜਾਂਦਾ ਨਾ ਇਨਸਾਨ, ਅਤੇ ਅੱਜ ਜੋ ਦੁਰਦਸ਼ਾ ਹੈ ਦੁਨੀਆ ਦੀ, ਤਾਂ ਉਹ ਨਹੀਂ ਹੋਣੀ ਸੀਗੀ ਜੀ। ਹਾਂ, ਕਿਉਂਕਿ
ਜਾਨਵਰ ਤੇ ਮੈਂ ਕੋਈ ਭੁੱਖਾ ਮਰਦਾ ਦੇਖਿਆ ਨਹੀਂ, ਬਿਲਕੁਲ ਜੀ, ਪਰ ਇਨਸਾਨ ਭੁੱਖਾ ਮਰ ਰਿਹਾ। ਬਿਲਕੁਲ ਪਰ ਅਸੀਂ ਤਾਂ ਜਾਨਵਰ ਤੋਂ ਵੀ ਉੱਤੇ ਚੱਲ ਗਏ ਨਾ ਫਿਰ। ਜੀ ਸੋ ਇੱਥੇ ਤੁਹਾਡਾ ਫਿਰ ਉਹ ਇਕਨੋਮਿਕ ਮਾਡਲ ਦੀ ਗੱਲ ਆ ਜਾਂਦੀ ਆ ਜੀ ਕਿ ਜਿਹੜੀ ਇਨਸਾਨ ਦੀ ਭੁੱਖ ਹੈ ਉਹ ਇੰਨੀ ਵੱਧ ਗਈ ਹੈ ਕਿ ਕੁਛ ਇਨਸਾਨ ਹੀ ਨਹੀਂ ਰੱਜਦੇ, ਜੀ ਬਾਕੀ ਜਿਹੜੇ ਪੂਰਾ ਸਮਾਜ ਹੈ ਉਹਨਾਂ ਦੀ ਸੇਵਾ 'ਚ ਹੀ ਲੱਗਾ ਹੋਇਆ ਹੈ। ਜੀ, ਇੱਕ ਇੰਬੈਲੈਂਸ ਇੰਬੈਲੈਂਸ ਬਹੁਤ ਛੋਟਾ ਨਹੀਂ, ਬਹੁਤ ਵੱਡਾ ਇੰਬੈਲੈਂਸ ਕ੍ਰੀਏਟ ਹੋ ਗਿਆ। ਅਤੇ ਉਹ ਇੰਬੈਲੈਂਸ ਫਿਰ ਸਾਨੂੰ ਇੱਕ ਕੋਈ ਕਾਫੀ ਕਿਸੇ ਗਿਆਨੀ ਧਿਆਨੀ ਇਸੇ ਕਾਮਨ ਨੌਲੇਜ ਨਾਲ ਕਿ ਗੱਲ ਚਲੋ ਬੜੀ ਰੈਲੇਵੈਂਟ ਅੱਜ ਦੇ ਪ੍ਰੋਗਰਾਮ 'ਚ ਮੈਂ ਦੱਸ ਵੀ ਦੇਵਾਂ ਕਿ ਕਿਸੇ ਨੇ ਕਿਹਾ ਕਿ ਜਦੋਂ ਵਰਲਡ ਵਾਰ 3 ਤੋਂ ਬਾਅਦ ਕੋਈ ਇੱਕੇ ਦੁੱਕੇ ਰਹਿ ਜਾਣੇ ਆ ਜੀ, ਉਦੋਂ ਅੱਜ ਕੱਲ੍ਹ ਦੇ ਇਨਸਾਨ ਨੂੰ ਇੱਕ ਰਾਹ ਦਿਖਾਣੇ ਵਾਲਾ ਜੇ ਕੋਈ ਗ੍ਰੰਥ ਹੈ ਜੀ ਤੇ ਉਹ ਗੁਰੂ ਗ੍ਰੰਥ ਸਾਹਿਬ ਹੈ। ਜੀ, ਸੋ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਯਾਰ ਅਸੀਂ ਵਰਲਡ ਵਾਰ 3 ਤੋਂ ਬਾਅਦ ਜ਼ਰੂਰ ਉਹ ਰਾਹ ਦੇਖਣਾ ਜੀ, ਬਿਲਕੁਲ ਬਿਲਕੁਲ, ਤੇ ਅਸੀਂ ਉਹ ਵਰਲਡ ਵਾਰ 3 ਤੋਂ ਪਹਿਲਾਂ ਕਿਉਂ ਨਹੀਂ ਉਸ ਰਾਹ ਤੇ ਤੁਰ ਪੈਂਦੇ ਕਿ ਉਹ ਵਰਲਡ ਵਾਰ 3 ਹੋਵੇ ਹੀ ਨਾ। ਬਿਲਕੁਲ ਹੁਣ ਅਸੀਂ ਉੱਥੇ ਬਿਲਕੁਲ ਹੁਣ ਪਰਲੋ ਦੀ ਗੱਲ ਤੁਸੀਂ ਕੀਤੀ ਹੈ ਤੇ ਪਰਲੋ ਦੇ ਇਸ਼ਾਰੇ ਸਾਰੇ ਦਿਸ ਰਹੇ ਨੇ ਜੀ, ਕਿੰਨਾ ਜ਼ੁਲਮ ਹੋਇਆ ਇਸ ਇਨਸਾਨੀਅਤ ਦੇ ਉੱਤੇ, ਕਿੰਨਾ ਜ਼ੁਲਮ ਹੋਇਆ ਸਦੀਆਂ ਤੋਂ, ਯੂਰਪ ਤੋਂ ਲੈ ਕੇ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ, ਜੈਨੋਸਾਈਡ, ਮਤਲਬ ਅਤਿਆਚਾਰ ਦੀ ਕੋਈ ਹੱਦ ਨਹੀਂ ਰਹੀ। ਪਰ ਅਸੀਂ ਸਿੱਖੇ ਫਿਰ ਕੁਛ ਨਹੀਂ ਜੀ। ਹੁਣ ਸਾਡੀ ਆਪਣੀ ਕੌਮ ਨਾਲ ਹੀ ਸਾਡਾ ਤਾਂ ਚਲੋ ਧਰਮ ਵੀ 500 ਸਾਲ ਪੁਰਾਣਾ ਹੈ ਜੀ, ਤੇ ਸਾਡੀ ਤਾਂ ਵਾਹਿਗੁਰੂ ਦੀ ਕੋਈ ਕਿਰਪਾ ਹੈ ਕਿ ਜਿੱਦਾਂ ਦੇ ਵੀ ਹਾਲਾਤ ਹੋਣ ਜੀ, ਮੈਸੇਜ ਚੜ੍ਹਦੀ ਕਲਾ ਦਾ ਹੀ ਹੈ ਜੀ, ਬਿਲਕੁਲ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਉੱਥੇ ਠੀਕ ਹੈ, ਜਿੰਨੇ ਜ਼ਿਆਦਾ ਇਸ ਮੈਸੇਜ ਨੂੰ ਸਮਝਣਗੇ ਮੰਨਣਗੇ ਜੀ, ਉਨਾ ਹੀ ਵਧੀਆ ਸਮਾਜ ਬਣੇਗਾ, ਜੀ, ਉਨਾ ਹੀ ਵਧੀਆ ਇਹ ਦੁਨੀਆਦਾਰੀ ਬਣੇਗੀ। ਜੀ, ਪਰ ਇਹਦੇ 'ਚ ਫਿਰ ਸਾਨੂੰ ਨਿਰਾਸ਼ ਵੀ ਨਹੀਂ ਹੋਣਾ ਚਾਹੀਦਾ। ਸਾਨੂੰ ਇਹ ਆ ਕਿ ਜਿਹੜੀ ਆਪਣੀ ਡਿਊਟੀ ਆ, ਆਪਣਾ ਕਰਮ ਆ, ਉਹਨੂੰ ਅਸੀਂ ਸੰਭਾਲੀਏ। ਤੇ ਇਸ ਧਰਮ ਦੀ ਵਿਲੱਖਣਤਾ ਵੀ ਇਹੀ ਹੈ ਕਿ ਇਹਦੇ 'ਚ ਤੁਹਾਨੂੰ ਸਾਥ ਮਿਲੇ ਜਾਂ ਨਾ ਮਿਲੇ, ਪਰ ਜਦੋਂ ਜਿਹੜਾ ਜੁੜ ਗਿਆ ਪਰਮਾਤਮਾ ਦੇ ਨਾਲ ਜੁੜ ਗਿਆ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਗਿਆ, ਗੁਰਮਤ ਵੱਲ ਨੂੰ ਤੁਰ ਪਿਆ, ਇਸ ਰਾਹ 'ਤੇ ਚੱਲ ਪਿਆ, ਉਹ ਫਿਰ ਸਾਥ ਉਡੀਕਦਾ ਵੀ ਨਹੀਂ। ਸੋ ਇਸੇ ਵਿੱਚੋਂ ਚੜ੍ਹਦੀ ਕਲਾ ਦਾ ਮੈਸੇਜ ਆ ਸਾਨੂੰ ਕਿ ਚਲੋ ਸਾਡਾ ਇੱਕ ਧਰਮ ਹੈ ਤਾਂ 500 ਸਾਲ ਪੁਰਾਣਾ, ਪਰ ਇੱਥੇ ਤਾਂ ਅਸੀਂ ਸਦੀਆਂ ਦੀ ਗੱਲ ਕਰ ਰਹੇ ਹਾਂ ਵੀ ਉਸ ਪਾਸੇ ਨੂੰ ਜੋ ਇਨਸਾਨੀਅਤ ਦਾ ਮੈਸੇਜ ਆ, ਜੋ ਇਨਸਾਨੀਅਤ ਬਿਲਕੁਲ ਟੌਪ ਤੇ ਹੋਣੀ ਚਾਹੀਦੀ ਸੀ, ਉੱਥੇ ਇੱਕ ਜਾਨਵਰ ਵਿਰਤੀ ਟੌਪ ਤੇ ਹੈ। ਹੁਣ ਸਾਡੇ ਸਾਹਮਣੇ ਹੋ ਰਿਹਾ ਕਿ ਜੋ ਯੂਕਰੇਨ ਰਸ਼ੀਆ ਦੇ ਵਿੱਚ ਹੋ ਰਿਹਾ, ਤੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੋਣਾ ਕਿ ਉੱਥੇ ਦੇਖੋ ਕਿਆ ਤਬਾਹੀ ਹੋਈ ਹੈ, ਕਿਆ ਉੱਥੇ ਇਨਸਾਨੀਅਤ ਦਾ ਘਾਣ ਹੋਇਆ, ਕਿਹੜੀ ਇਸ ਤਰ੍ਹਾਂ ਦੀ ਲੜਾਈ ਹੈ, ਕਿਹੜੀ ਇਸ ਤਰ੍ਹਾਂ ਦਾ ਗੱਲ ਹੈ ਜਿਹੜੀ ਟੇਬਲ ਟਾਕ ਦੇ ਨਾਲ ਨੈਗੋਸ਼ੀਏਸ਼ਨ ਹੁਣ ਵੀ ਤਾਂ ਕਰ ਰਹੇ ਨੇ ਨਾ। ਹੁਣ ਤੁਸੀਂ ਸ਼ਹਿਰਾਂ ਦੇ ਸ਼ਹਿਰ ਬਰਬਾਦ ਕਰਕੇ ਹੁਣ ਗੱਲਬਾਤ ਕਰਨ ਲੱਗੇ ਆ, ਤੇ ਉਹ ਸਟਾਰਟਿੰਗ ਦੇ ਵਿੱਚ ਵੀ ਗੱਲਬਾਤ ਹੋ ਸਕਦੀ ਸੀ। ਪਰ ਇਹ ਜਿਹੜਾ ਇਨਸਾਨ ਦੇ ਅੰਦਰ ਇੱਕ ਸ਼ੈਤਾਨੀਅਤ ਹੈ ਨਾ ਜੀ, ਉਹ ਬਸ ਇਹਨੂੰ ਸਮਾਜਿਕ ਜਾਨਵਰ ਵੀ ਨਹੀਂ ਬਣ ਦਿੰਦੀ, ਇਹ ਹੈਵਾਨ ਬਣਾ ਦਿੱਤਾ ਇਹਨੂੰ, ਮਤਲਬ ਜਾਨਵਰ ਨਾਲੋਂ ਵੀ ਖਤਰਨਾਕ ਜੀ। ਸੋ ਉਹਦਾ ਜਿਹੜਾ ਰੂਟ ਕੋਜ਼ ਇਹ ਹੀ ਹੈ ਕਿ ਜਿਹੜਾ ਸਾਡਾ ਇਕਨੋਮਿਕ ਮਾਡਲ ਹੈ, ਦੇਖੋ ਇਕਨੋਮਿਕਸ ਦੇ ਉੱਤੇ ਹੁਣ ਦੇਖੋ ਕੈਪੀਟਲਿਜ਼ਮ ਹੈ, ਸੋਸ਼ਲਿਜ਼ਮ ਹੈ, ਕਿੰਨੀਆਂ ਥਿਊਰੀਆਂ, ਕਿੰਨੀਆਂ ਬੁੱਕਾਂ ਛਪ ਗਈਆਂ ਜੀ, ਪਰ ਇਹ ਸਾਰੀਆਂ ਨੂੰ ਨਿਚੋੜ ਇੱਕ ਗੁਰੂ ਨਾਨਕ ਦੇਵ ਜੀ ਦੀ ਇੱਕੋ ਹੀ ਗੱਲ ਹੈ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਇਸ ਮਾਡਲ ਦੇ ਉੱਤੇ ਤੁਸੀਂ ਭਾਵੇਂ ਜਿੰਨੀਆਂ ਮਰਜ਼ੀ PhD ਕਰ ਲਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਗਿਆਨ ਆ ਜਿਹੜਾ ਗਿਆਨ ਹੈ, ਅਸਲੀ ਗਿਆਨ ਹੈ, ਜਿਹੜਾ ਇੱਕ ਸਮਾਜਿਕ ਤਰੱਕੀ ਵੱਲ ਤੁਹਾਨੂੰ ਲੈ ਕੇ ਜਾਂਦਾ ਇਨਸਾਨੀਅਤ ਨੂੰ। ਹੁਣ ਗੁਰੂ ਨਾਨਕ ਦੇਵ ਜੀ ਦਾ ਮਾਡਲ ਇਸ ਤਰ੍ਹਾਂ ਦਾ ਮਾਡਲ ਹੈ ਕਿ ਉਹ ਅੱਜ ਜੇ ਅਸੀਂ ਉਸ ਚੀਜ਼ ਨੂੰ ਮੰਨਿਆ ਹੁੰਦਾ, ਜੇ ਆਪਣਾ ਸਿੱਖ ਖਾਲਸਾ ਪੰਥ ਹੀ ਜਿਹੜਾ ਉਸ ਰਾਹ ਦਾ ਇੱਕ ਵਾਰਸ ਆ, ਜਿਹਦੀ ਇੱਕ ਜ਼ਿੰਮੇਵਾਰੀ ਬਣਦੀ ਕਿ ਉਸ ਰਾਹ ਦਾ, ਉਸ ਜੋ ਗੁਰੂ ਨਾਨਕ ਦੇਵ ਜੀ ਦਾ ਫੈਸਲਾ ਹੈ, ਜੋ ਉਹਨਾਂ ਦੀ ਸਿੱਖਿਆ ਹੈ ਦੁਨੀਆ ਵਾਸਤੇ, ਇਨਸਾਨੀਅਤ ਵਾਸਤੇ, ਉਸ ਚੀਜ਼ ਨੂੰ ਅਸੀਂ ਜੇ ਸਿੱਖ ਇਕੱਲੇ ਵੀ ਫੈਲਾਉਂਦੇ ਨਾ, ਅੱਜ ਦੁਨੀਆ ਦੇ ਵਿੱਚੋਂ ਗਰੀਬੀ ਖਤਮ ਹੁੰਦੀ, ਅੱਜ ਦੁਨੀਆ ਦੇ ਵਿੱਚ ਇੱਕ ਹੋਰ ਹੀ ਰੰਗ ਹੁੰਦਾ, ਕਿਉਂਕਿ ਹਾਲੇ ਵੀ ਸਿੱਖ ਹੁਣ ਸਾਰੀ ਦੁਨੀਆ ਦੇ ਵਿੱਚ ਫੈਲ, ਇਹ ਜਿਹੜੀ ਵਾਹਿਗੁਰੂ ਦੀ ਜਿਹੜੀ ਬਿਗਰ ਪਿਕਚਰ ਹੈ ਉਹ ਤਾਂ ਵਾਹਿਗੁਰੂ ਹੀ ਜਾਣਦਾ। ਸੋ ਇਹਦੇ 'ਚ ਵੀ ਭਲਾ ਹੀ ਹੈ ਕਿ ਇੰਨਾ ਉਜਾੜਾ ਹੋਣ ਤੋਂ ਬਾਅਦ, ਇੰਨੀਆਂ ਮੁਸ਼ਕਲਾਂ ਹੋਣ ਤੋਂ ਬਾਅਦ ਇੱਕ ਸਾਡਾ ਰਾਜ ਵੀ ਹੋਇਆ ਜਿਹਦੇ 'ਚ ਸਿਰਫ ਸਾਡੀ 20% ਪਾਪੂਲੇਸ਼ਨ ਸੀ। ਹੁਣ ਤਾਂ ਪੰਜਾਬ 'ਚ ਚਲੋ ਫਿਰ ਵੀ 50 ਦੇ ਨੇੜੇ ਤੇੜੇ ਆ, ਫਿਰ ਵੀ ਇਹ ਆਪਣੇ ਜਿਹੜੀ ਇੱਕ ਖੂਨ ਦੇ ਵਿੱਚ ਇੱਕ ਬਦਲਾਅ ਦੀ ਨੀਤੀ ਹੈ, ਉੱਥੋਂ ਉਹਦੇ ਵਿੱਚੋਂ ਸਾਨੂੰ ਚੜ੍ਹਦੀ ਕਲਾ ਦਾ ਮੈਸੇਜ ਮਿਲਦਾ ਕਿ ਜਿਸ ਤਰ੍ਹਾਂ ਹੁਣ ਦੇਖੋ ਸਰਕਾਰਾਂ ਨੇ ਕਿੰਨਾ ਲੁੱਟਿਆ,
ਤੇ ਬਦਲਾਅ ਆਇਆ, ਤੇ ਬਦਲਾਅ ਕਿਸ ਤਰ੍ਹਾਂ ਆਇਆ, ਓਵਰਨਾਈਟ ਹੀ ਸਮਝ ਲਓ ਬਦਲਾਅ ਆਇਆ। ਇਸੇ ਤਰ੍ਹਾਂ ਸਾਨੂੰ ਇਹ ਮੈਸੇਜ ਚੜ੍ਹਦੀ ਕਲਾ ਵਾਲੇ ਰਹਿਣਾ ਚਾਹੀਦਾ ਕਿ ਇਹ ਜਦੋਂ ਬਦਲਾਅ ਆਏਗਾ ਇਹਦੇ 'ਚ ਇਹ ਵੀ ਓਵਰਨਾਈਟ ਹੀ ਹੋਏਗਾ, ਇੱਕ ਹਨੇਰੀ ਵਾਂਗੂ ਬਦਲਾਅ ਆ ਕੇ ਇਹ ਓਵਰਨਾਈਟ ਸਾਰੀ ਸਿਚੁਏਸ਼ਨ ਚੇਂਜ ਹੋ ਸਕਦੀ ਹੈ। ਬਿਲਕੁਲ। ਤੇ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਐਜੂਕੇਸ਼ਨ ਦਾ ਜੇ ਅਸੀਂ ਰੋਲ ਦੇਖੀਏ ਹੈ ਨਾ, ਕਿ ਐਜੂਕੇਸ਼ਨ ਦੇਖੋ ਹੁਣ ਮੈਂਡੇਟਰੀ ਹੈ, ਹਰੇਕ ਫੈਮਿਲੀ ਵੀ ਚਾਹੁੰਦੀ ਹੈ ਕਿ ਸਾਡਾ ਬੱਚਾ ਵਧੀਆ ਤੋਂ ਵਧੀਆ ਐਜੂਕੇਸ਼ਨ ਲਵੇ, ਹੈ ਨਾ। ਤਾਂ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਕਲਗੀਧਰ ਟਰੱਸਟ ਬੜੂ ਸਾਹਿਬ ਜਾਂ ਮਹਾਂਪੁਰਸ਼ਾਂ ਨੇ ਜੋ ਸੋਚਿਆ ਕਿ ਇਹਨਾਂ ਨੂੰ ਐਜੂਕੇਸ਼ਨ ਤਾਂ ਪਤਾ ਹੀ ਹੈ ਇੰਨੀ ਜ਼ਰੂਰੀ ਹੈ ਅੱਜ ਦੀ ਡੇਟ 'ਚ ਜਿੰਨਾ ਤੁਹਾਨੂੰ ਖਾਣਾ ਪੀਣਾ ਜ਼ਰੂਰੀ ਹੈ, ਤਾਂ ਇਸੇ ਕਰਕੇ ਉਹਨਾਂ ਨੇ ਇਹਨੂੰ ਓਵਰਲੈਪ ਕੀਤਾ, ਵਿੱਚ ਇੰਬੈਡ ਕੀਤਾ ਕਿ ਕਿਉਂ ਨਾ ਇਸ ਜਿਹੜੀ ਐਜੂਕੇਸ਼ਨ ਹੈ ਇਹਦੀ ਸਹੀ ਡਾਇਰੈਕਸ਼ਨ ਜਿਹੜੀ ਹੈ ਇਨਸਾਨ ਦੇ ਮਨ ਦੇ ਵਿੱਚ, ਜ਼ਹਿਨ ਦੇ ਵਿੱਚ ਤਾਂ ਹੀ ਰਹੂਗੀ ਜੇ ਅਸੀਂ ਨਾਲ ਦੀ ਨਾਲ ਪੈਰਲਲ ਜਿਹੜੀ ਕਹਿ ਲਓ ਵੀ ਅਸੀਂ ਅਧਿਆਤਮਕ ਵਿਦਿਆ ਵੀ ਨਾਲ ਦਈਏ। ਕਿਉਂਕਿ ਜਿੱਥੇ ਹੁਣ ਸਮਾਜ ਪਹੁੰਚਿਆ, ਜਿਸ ਤਰ੍ਹਾਂ ਕਿ ਤੁਸੀਂ ਹਾਈਲਾਈਟਸ ਦੱਸੀਆਂ ਅੱਜ ਦੇ ਸਮੇਂ ਦੀਆਂ, ਕਿ ਕਿੱਥੇ ਸਮਾਜ ਪਹੁੰਚਿਆ, ਹਰੇਕ ਕੰਟਰੀ ਹੀ ਇੱਕ ਦੂਜੇ ਨੂੰ ਧਮਕੀਆਂ ਹੀ ਉਹ ਦਿੰਦੀ ਹੈ ਵੀ ਸਾਡੇ ਕੋਲ ਆਹ ਹੈ, ਤੁਹਾਡੇ ਕੋਲ ਉਹ ਹੈ ਨਾ। ਸੋ ਕਹਿਣ ਦਾ ਮਤਲਬ ਕਿ ਇਹ ਮੰਦਭਾਗੀਆਂ ਜਿਹੜੇ ਜੰਗਾਂ ਵੀ ਚੱਲ ਰਹੀਆਂ, ਪਰ ਖੈਰ ਅਸੀਂ ਐਜੂਕੇਸ਼ਨ 'ਤੇ ਮੁੜ ਕੇ ਆਈਏ। ਜੇ ਹੁਣ ਅਸੀਂ ਜੇ ਰੀਬੂਟ ਹੀ ਕਰਨਾ ਹੋਵੇ, ਪੂਰੀ ਦੁਨੀਆ ਦਾ ਹੀ ਸਿਸਟਮ ਰੀਬੂਟ ਹੋਵੇ, ਆਈ ਥਿੰਕ ਸਕੂਲਾਂ ਤੋਂ ਹੀ ਹੋ ਸਕਦਾ, ਜਿੱਥੋਂ ਨਵੀਂ ਪਨੀਰੀ ਆਉਂਦੀ ਹੈ, ਨਵੀਂ ਪਨੀਰੀ ਪੜ੍ਹਦੀ ਹੈ, ਜਿਸ ਤਰ੍ਹਾਂ ਦੇ ਉਹ ਪੜ੍ਹਨਗੇ ਤਾਂ ਤੁਸੀਂ ਚੇਂਜ ਓਵਰ ਦੀ ਗੱਲ ਕੀਤੀ, ਜੇਕਰ ਸਮਾਜਿਕ ਐਡਾ ਵੱਡਾ ਚੇਂਜ ਓਵਰ ਹੋ ਸਕਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੋਇਆ ਤੇ ਹੋਰ ਜਗ੍ਹਾ 'ਤੇ ਵੀ ਹੁੰਦਾ ਹੈ, ਤਾਂ ਕਿਉਂ ਨਹੀਂ ਐਜੂਕੇਸ਼ਨ ਸਿਸਟਮ ਵੀ ਸਰਕਾਰਾਂ ਇੱਧਰ ਧਿਆਨ ਦੇਣ ਕਿ ਅਸੀਂ ਉਹ ਕਹਿੰਦੇ ਆ ਕਿ ਮਤਲਬ ਜਿਹੜੀ ਦੁਨੀਆ ਵਧੀਆ ਛੱਡ ਕੇ ਜਾਈਏ ਆਪਣੇ ਬੱਚਿਆਂ ਲਈ, ਪਰ ਉਹ ਇੱਕ ਦੂਜਾ ਵਿਚਾਰ ਵੀ ਆਉਂਦਾ ਕਿਉਂ ਨਾ ਬੱਚੇ ਵਧੀਆ ਛੱਡ ਕੇ ਜਾਈਏ ਜਿਹੜੇ ਆਪਣੇ ਗਲੋਬ ਦੇ ਲਈ। ਕੀ ਕਹਿਣਾ ਚਾਹੋਗੇ ਐਜੂਕੇਸ਼ਨ ਸਿਸਟਮ ਦੇ ਰਿਲੇਟਡ? ਦੇਖੋ, ਇਹ ਚੀਜ਼ਾਂ ਦੀ ਜਿਹੜੀ ਤਰੱਕੀ ਤਾਂ ਹੀ ਹੁੰਦੀ ਹੈ ਜੇ ਸਾਡੇ ਕੋਲ ਐਜੂਕੇਸ਼ਨ ਦਾ ਇੱਕ ਪੰਥਕ ਏਜੰਡਾ ਹੋਵੇ ਜੀ। ਜੇ ਹੁਣ ਅਸੀਂ ਪੰਥਕ ਏਜੰਡਾ ਦੇਖੀਏ ਕਿ ਸਾਡਾ ਐਜੂਕੇਸ਼ਨ ਤੇ ਪੰਥਕ ਏਜੰਡਾ ਕੀ ਹੈ ਜੀ, ਉਹਦੇ 'ਚ ਮੈਨੂੰ ਕੋਈ ਕਹਿਣ 'ਚ ਝਿਜਕ ਨਹੀਂ ਕਿ ਸਾਡਾ ਪੰਥਕ ਏਜੰਡਾ ਐਜੂਕੇਸ਼ਨ 'ਤੇ ਹੈ ਹੀ ਕੋਈ ਨਹੀਂ ਜੀ। ਹੁਣ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਗੁਰੂ ਘਰ ਦੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜੀ, ਜਦ ਕਿ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਇੱਕ ਆਈਡੀਅਲ ਐਜੂਕੇਸ਼ਨ ਸਿਸਟਮ ਹੈ, ਜਿਹੜਾ ਅਸੀਂ ਇੱਕ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਕੋਲ ਵਰਲਡ ਵਾਰ 3 ਤੋਂ ਬਾਅਦ ਇੱਕ ਜੋ ਰਾਸਤਾ ਸਾਨੂੰ ਦਿਖਾਉਣੇ ਵਾਲਾ ਗ੍ਰੰਥ ਹੈ, ਸਾਰੇ ਮੰਨਦੇ ਨੇ ਇਸ ਚੀਜ਼ ਨੂੰ ਜੀ। ਉਹਦੀ ਐਜੂਕੇਸ਼ਨ ਜੋ ਮੈਸੇਜ ਹੈ ਜੀ, ਉਹ ਪਹੁੰਚਾਉਣ ਵਾਸਤੇ ਹਰ ਇੱਕ ਗੁਰੂ ਘਰ ਦੇ ਵਿੱਚ ਘੱਟੋ ਘੱਟ 2-4 ਐਕਸਟਰਾ ਹੋਰ ਪ੍ਰਕਾਸ਼ ਹੋਣੇ ਚਾਹੀਦੇ ਕਿ ਸੰਗਤ ਆ ਕੇ ਉਹਨੂੰ ਜਦੋਂ ਵੀ ਚਾਹੇ ਸਹਿਜ ਪਾਠ ਕਰ ਸਕਣ ਜੀ। ਬਿਲਕੁਲ, ਇਹ ਸਾਡਾ ਏਜੰਡਾ ਹੀ ਹੈ ਨਹੀਂ। ਹੁਣ ਕਈ ਗੁਰੂ ਘਰ ਜਿਹੜੀ ਗੱਲ ਕਰ ਰਹੇ ਸੀ ਵੀ ਉੱਥੇ ਇੱਕੋ ਹੀ ਪ੍ਰਕਾਸ਼ ਹੈ ਜੀ, ਤੇ ਉਹ ਜਿਹੜਾ ਇੱਕ ਰੀਤੀ ਰਿਵਾਜ ਜਿਹੜਾ ਇੱਕ ਨਾ ਜਿਸ ਦਾ ਬੁੱਤ ਪੂਜਾ ਵਾਲਾ ਸਿਸਟਮ ਹੈ ਕਿ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕਾ ਭੇਦ ਨਾ ਪਾਇਆ, ਉੱਥੇ ਹੀ ਅਸੀਂ ਅੜੇ ਹੋਏ ਹਾਂ ਜੀ। ਅਸੀਂ ਉਸ ਕੂਰ ਕਿਰਿਆ 'ਚੋਂ ਨਿਕਲਦੇ ਹੀ ਬਾਹਰ ਨਹੀਂ ਨਿਕਲਦੇ। ਸੋ ਐਜੂਕੇਸ਼ਨ ਦਾ ਜਿੰਨਾ ਚਿਰ ਸਾਡਾ ਏਜੰਡਾ ਨਹੀਂ ਬਣਦਾ, ਸੋ ਜਿਹੜਾ ਸਾਡਾ ਰੀਬੂਟ ਪੰਜਾਬ ਦੀ ਵਿਲੱਖਣਤਾ ਇਹੋ ਹੀ ਹੈ ਕਿ ਅਸੀਂ ਦੇਖੋ, ਮੈਂ ਉਹੀ ਕਹਿ ਰਿਹਾ ਕਿ ਜਿਹੜਾ ਪੰਥ ਦਾ ਵਾਲੀ ਹੈ ਨਾ, ਉਹ ਵਾਹਿਗੁਰੂ ਆਪ ਪੰਥ ਦੀ ਰੱਖਿਆ ਕਰ ਰਿਹਾ, ਤੇ ਸਾਨੂੰ ਢਹਿੰਦੀ ਕਲਾ ਵੱਲ ਨਹੀਂ ਜਾਣਾ ਚਾਹੀਦਾ। ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਸੁੱਤੇ ਰਹੀਏ ਜੀ। ਬਿਲਕੁਲ, ਸਾਡਾ ਜਿਹੜਾ ਏਜੰਡਾ ਹੈ ਜੇ ਨਹੀਂ ਹੈ ਤੇ ਉਹਨੂੰ ਲੈ ਕੇ ਆਓ। ਬਿਲਕੁਲ। ਸੋ ਸਾਡਾ ਪ੍ਰੋਗਰਾਮ ਦਾ ਜਿਹੜਾ ਸੰਗਤ TV ਦਾ ਹੋਂਦ ਵਿੱਚ ਆਉਣਾ, ਉਹ ਤੋਂ ਬਾਅਦ ਕਲਗੀਧਰ ਟਰੱਸਟ ਦਾ ਇਹਦੇ ਨਾਲ ਜੁੜਨਾ, ਨਿਸ਼ਕਾਮ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਉਹ ਜਿਸ ਤਰ੍ਹਾਂ ਹੁਣ ਸੋਨੇ ਦੀ ਸੇਵਾ ਚੱਲ ਰਹੀ ਹੈ, ਜਿਹੜੇ ਸਾਡੇ ਜਾਨ ਨਾਲੋਂ ਵੀ ਪਿਆਰੇ ਸਾਡੇ ਜਿਹੜੇ ਹਿਸਟੋਰੀਕਲ ਗੁਰੂ ਧਾਮ ਨੇ, ਗੁਰਦੁਆਰੇ ਨੇ, ਉਹਨਾਂ ਦੀ ਦੇਖ ਰੇਖ ਕਰਨਾ ਵੀ ਸਾਡਾ ਇਹ ਇੱਕ ਏਜੰਡਾ ਹੈ ਜੋ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬੜਾ ਬਾਖੂਬੀ ਨਿਭਾ ਰਿਹਾ। ਤੇ ਸੰਗਤਾਂ ਨੂੰ ਅੱਜ ਅਸੀਂ ਉਹ ਵੀ ਅਪੀਲ ਕਰਾਂਗੇ ਉਹਦੇ 'ਚ ਵੀ ਵੱਧ ਚੜ੍ਹ ਕੇ ਹਿੱਸਾ ਪਾਓ ਜੀ। ਪਰ ਨਾਲ ਹੀ ਨਾਲ ਫਿਰ ਇਸ ਚੀਜ਼ ਨੂੰ ਵੀ ਨਹੀਂ ਭੁੱਲਣਾ ਕਿ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜਿਹੜੀ ਸਾਡੀ ਪ੍ਰਾਇਓਰਟੀ ਹੋਣੀ ਚਾਹੀਦੀ ਉਹ ਐਜੂਕੇਸ਼ਨ ਦੀ ਹੋਣੀ ਚਾਹੀਦੀ ਹੈ। ਬਿਲਕੁਲ, ਜਿਵੇਂ ਮੈਂ ਦੱਸਿਆ ਨਾ ਵੀ ਸਾਡੇ ਪੰਥ ਕੋਲ ਏਜੰਡਾ ਹੈ ਨਹੀਂ, ਸਾਡੇ ਪੰਥ ਕੋਲ ਕੋਈ ਪ੍ਰਾਇਓਰਟੀ ਹੈ ਨਹੀਂ, ਕੋਈ ਚੈਨਲਾਈਜੇਸ਼ਨ ਹੈ ਨਹੀਂ, ਕੋਈ ਆਪਸ ਯੂਨਿਟੀ ਹੈ ਨਹੀਂ, ਕੋਈ ਸਪੋਰਟ ਹੈ ਨਹੀਂ ਜੀ। ਫਿਰ ਵੀ ਇਹ ਕੱਲਾ ਹੀ ਜਿਸ ਤਰ੍ਹਾਂ ਬੋਤਾ ਸਿੰਘ ਤੇ ਗਰਜਾ ਸਿੰਘ ਜੀ ਨੂੰ ਪਤਾ ਲੱਗਾ ਨਾ ਵੀ ਇਹ ਕਹਿ ਰਹੇ ਕਿ ਸਾਰੇ ਖਾਲਸੇ ਖਤਮ ਹੋ ਗਏ, ਸਿੱਖ ਖਤਮ ਹੋ ਗਏ, ਉਹ ਕਹਿੰਦੇ ਇਹ ਕਿੱਦਾਂ ਹੋ ਸਕਦਾ? ਇਹ ਚੜ੍ਹਦੀ ਕਲਾ ਦੇ ਵਿੱਚੋਂ ਹੀ ਕੀ ਰੰਗ ਪਰਮਾਤਮਾ ਦਿਖਾਏਗਾ, ਉਸ ਪਾਸੇ ਸਾਨੂੰ ਕਦੀ ਵੀ ਢਹਿੰਦੀ ਕਲਾ ਵਿੱਚ ਨਹੀਂ ਜਾਣਾ ਚਾਹੀਦਾ। ਬਾਕੀ ਏਜੰਡਾ ਜ਼ਰੂਰ ਹੈ। ਹਰ ਇੱਕ ਗੁਰੂ ਤੁਸੀਂ ਸੋਚ ਲਓ, ਉਹਨਾਂ ਦੀ ਹਿਸਟਰੀ ਦੇਖ ਲਓ, ਉਹਨਾਂ ਦਾ ਜੀਵਨ ਦੇਖ ਲਓ, ਹਰ ਇੱਕ ਗੁਰੂ ਦੀ ਜਿਹੜੀ ਜੀਵਨੀ ਉਹ ਇੱਕ ਏਜੰਡਾ ਹੈ ਜੀ। ਉਹ ਆਪਣਾ
ਹਮ ਇਹੋ ਕਾਜ ਜਗਤ ਮੋ ਆਏ, ਉਹ ਜੀ। ਇੱਕ ਆਪਣਾ ਏਜੰਡਾ ਲੈ ਕੇ ਆਏ। ਉਹ ਇਹ ਗੁਰੂਆਂ 'ਤੇ ਨਹੀਂ ਇਕੱਲਾ ਲਾਗੂ ਹੁੰਦਾ, ਹਰ ਇੱਕ ਇਨਸਾਨ ਇੱਕ, ਜਿਸ ਤਰ੍ਹਾਂ ਫੁਲਵਾੜੀ ਦਾ ਹਰ ਇੱਕ ਫੁੱਲ ਦਾ ਰੰਗ, ਮਹਿਕ, ਸਭ ਕੁਝ ਅਲੱਗ ਹੈ, ਇਸ ਤਰ੍ਹਾਂ ਹੀ ਹਰ ਇੱਕ ਇਨਸਾਨ ਜੋ ਇੱਥੇ ਆਉਂਦਾ ਉਹ ਹੀ ਕਮਸ ਵਿਦ ਪਰਪਸ ਜੀ। ਬਿਲਕੁਲ। ਪਰ ਜੇ ਅਸੀਂ ਉਸ ਪਰਪਸ ਨੂੰ ਪਹਿਚਾਨਣਾ ਨਹੀਂ, ਜੋ ਤੁਹਾਡੇ ਗੁਣ ਆ ਉਹ ਮੈਂ ਕਹਿੰਦਾ ਕਿਸੇ ਵੀ ਦੋ ਇਨਸਾਨਾਂ ਦੇ ਆਪਸ 'ਚ ਨਹੀਂ ਮਿਲਦੇ ਜੀ। ਹੁਣ ਜਿਹੜੇ ਅਸੀਂ ਤੁਹਾਡੇ ਗੁਣ ਆ, ਅਸੀਂ ਉਹਨਾਂ ਨੂੰ ਪਹਿਚਾਨ ਕਰਕੇ ਅਸੀਂ ਉਹਨਾਂ ਨੂੰ ਪ੍ਰਫੁੱਲਿਤ ਕਰੀਏ, ਉਹਨਾਂ ਤੋਂ ਟ੍ਰੇਨਿੰਗ ਦਈਏ, ਉਹ 'ਚ ਤੁਹਾਨੂੰ ਸਪੋਰਟ ਕਰੀਏ ਜੀ, ਤੇ ਤੁਹਾਡਾ ਜੋ ਇੱਕ ਫੁੱਲ ਜੋ ਸਮਾਜ ਨੂੰ ਕੰਟਰੀਬਿਊਸ਼ਨ ਹੋਏਗੀ ਉਹ ਅਲੱਗ ਹੀ ਹੋਏਗੀ। ਬਿਲਕੁਲ। ਪਰ ਅਸੀਂ ਤਾਂ ਉਹ ਇਸ ਤਰ੍ਹਾਂ ਹੈ ਕਿ ਸਾਰਾ ਮਿਸ ਇਨਫੋਰਮੇਸ਼ਨ, ਮਿਸ ਐਮਪਲੋਇਮੈਂਟ, ਜੀ, ਜਿਹੜਾ ਇਨਸਾਨ ਮੈਥਸ ਦੇ ਵਿੱਚ ਵੀਕ ਆ, ਅਸੀਂ ਉਹਨੂੰ ਮੈਥਸ ਹੀ ਪੜ੍ਹਾਈ ਜਾਂਦੇ ਹਾਂ ਡੰਡੇ ਨਾਲ, ਕੰਪਲਸਰੀ। ਜਿਹੜਾ ਇੰਗਲਿਸ਼ 'ਚ ਨਹੀਂ ਹੈ ਉਹਨੂੰ ਕਹਿਣਾ ਤੂੰ ਭਾਈ ਘਰ ਵੀ ਇੰਗਲਿਸ਼ ਬੋਲ, ਸਕੂਲ 'ਚ ਵੀ ਇੰਗਲਿਸ਼ ਬੋਲ। ਸੋ ਸਾਡਾ ਜਿਹੜਾ ਨਾ ਸਿਸਟਮ ਹੈ ਉਹ ਬਿਲਕੁਲ, ਮੈਂ ਤਾਂ ਕਹਿੰਦਾ ਕਿ ਜੇ ਹੁਣ ਜਿਹੜਾ ਮੇਰਾ ਲਾਈਫ ਦਾ ਐਕਸਪੀਰੀਅੰਸ ਹੈ ਉਹਦੇ 'ਚ ਬਹੁਤ ਅੜਚਣਾਂ ਆਈਆਂ, ਬਹੁਤ ਤਕਲੀਫਾਂ ਆਈਆਂ, ਬੜਾ ਦਰਦ ਦੇਖਿਆ ਜੀ। ਪਰ ਜਿਹੜੀ ਸਾਨੂੰ ਸੇਧ, ਜਿਹੜੀ ਚੜ੍ਹਦੀ ਕਲਾ ਵਾਲਾ ਜਿਹੜਾ ਪ੍ਰਤੀਕ ਹੈ, ਜੇ ਕਿਸੇ ਨੇ ਕੋਈ ਸਾਥ ਦਿੱਤਾ ਤੇ ਗੁਰਬਾਣੀ ਜੀ, ਗੁਰਮਤ, ਗੁਰੂਆਂ ਦਾ ਇਤਿਹਾਸ, ਗੁਰੂਆਂ ਦੀ ਸਿੱਖ, ਇਸੀ ਚੀਜ਼ ਦੇ ਉੱਤੇ ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਵੀ ਜਦੋਂ ਬਾਬਾ ਜੀ ਸਾਨੂੰ ਮਿਲੇ ਜੀ ਤਾਂ ਉਹਨਾਂ ਦਾ ਏਜੰਡਾ ਸੀ। ਉਹਨੇ ਦੇਖੋ ਕਿੱਥੇ, ਉਹ ਵੀ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਹਰ ਇੱਕ ਇਨਸਾਨ ਇਸ ਦੁਨੀਆ ਦੇ ਵਿੱਚ ਇੱਕ ਕਾਰਜ ਲੈ ਕੇ ਆਉਂਦਾ। ਬਿਲਕੁਲ। ਸੋ ਉਹ ਪ੍ਰਮਾਤਮਾ ਨੇ ਜਿਸ ਤਰ੍ਹਾਂ ਉਹਨਾਂ ਨੂੰ ਪੂਰਾ ਐਨ ਇਕੁਇਪ ਕਰਕੇ ਜੀ ਭੇਜਿਆ ਸੀ ਵੀ ਤੁਸੀਂ ਆਹ ਕੰਮ ਕਰਕੇ ਆਉਣਾ, ਕਿ ਕਿਸ ਤਰ੍ਹਾਂ ਉਹ ਕੰਮ ਉਹਨੇ ਕੀਤਾ, ਕਿੱਥੇ ਬੜੂ ਸਾਹਿਬ ਜੰਗਲ ਦੇ ਵਿੱਚ 5 ਬੱਚਿਆਂ ਨਾਲ। ਇਹ ਮੈਂ ਐਜੂਕੇਸ਼ਨ ਸਿਸਟਮ ਇਹ ਜਿਹੜਾ ਇਹ ਤਾਂ ਆਪਣੇ ਪੰਜਾਬ ਦੇ ਵਿੱਚੋਂ SGPC ਜਾਂ ਹੋਰ ਦੇਖੋ ਜਿਹੜੇ ਉਹਨਾਂ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਿੰਨੀਆਂ ਉਚਾਈਆਂ ਤੋਂ, ਖਾਲਸਾ ਸਕੂਲ ਕਿੰਨੀਆਂ ਉਚਾਈਆਂ ਤੋਂ ਕਿੱਥੇ ਆ ਗਏ ਜੀ। ਇਹ ਦੇਖੋ ਕਿੱਥੋਂ, ਜਦੋਂ ਇੱਕ ਪਾਸੇ ਕਿੰਨਾ ਨਿਗਾਰ ਤੇ ਇੱਕ ਪਾਸੇ ਇੱਕ ਜੰਗਲ ਦੇ ਵਿੱਚੋਂ 5 ਬੱਚਿਆਂ ਤੋਂ ਐਡਾ ਵੱਡਾ ਸੈਟਅਪ ਹੋ ਜਾਣਾ। ਸੋ ਇਹ ਵਾਹਿਗੁਰੂ ਦੀ ਕਿਰਪਾ ਹੈ। ਪਰ ਸਾਨੂੰ ਇਹ ਚੀਜ਼ਾਂ ਪਛਾਣਨੀਆਂ ਚਾਹੀਦੀਆਂ। ਜਿੱਥੇ ਅਸੀਂ ਏਜੰਡਾ ਮਿਸਿੰਗ ਹੈ ਤੇ ਅਸੀਂ ਏਜੰਡਾ ਅਸੀਂ ਕੋਸੀ ਜਾਂਦੇ ਹਾਂ ਇੱਕ ਦੂਏ ਨੂੰ, ਨਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ। ਅਸੀਂ ਚੜ੍ਹਦੀ ਕਲਾ ਵਾਲੇ ਵੱਲ ਨੂੰ ਜਾਈਏ ਕਿ ਅਸੀਂ ਨਿੰਦਿਆ ਠੀਕ ਹੈ, ਜਿਹੜਾ ਐਨਾਲਿਸਿਸ ਕਰਨੀ ਉਹ ਅਲੱਗ ਚੀਜ਼ ਹੈ, ਨਿੰਦਿਆ ਵਾਲੇ ਪਾਸੇ ਤੋਂ ਹਟ ਕੇ ਜਿਹੜਾ ਅਸੀਂ ਪੋਜ਼ੀਟਿਵ ਕੰਟਰੀਬਿਊਸ਼ਨ ਆਪ ਕਰ ਸਕਦੇ ਹਾਂ। ਹਰ ਇੱਕ ਇਨਸਾਨ, ਹਰ ਇੱਕ ਖਾਸ ਕਰਕੇ ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਕਿ ਜੇ ਉਹ ਏਜੰਡਾ ਮਿਸਿੰਗ ਹੈ ਨਾ, ਉਸ ਏਜੰਡੇ ਨੂੰ ਅਸੀਂ ਲੈ ਕੇ ਆਈਏ। ਉਹ ਏਜੰਡਾ ਬੜਾ ਸਿੰਪਲ ਹੈ ਕਿ ਜੇ ਸਾਡਾ ਗੁਰੂ ਸ਼ਬਦ ਗੁਰੂ ਹੈ ਤਾਂ ਸ਼ਬਦ ਗੁਰੂ ਅਸੀਂ ਬਿਲਕੁਲ ਉਹਦਾ ਜੋ ਮੈਸੇਜ ਹੈ ਉਹਨੂੰ ਸਮਝਣਾ ਹੈ ਤੇ ਆਪਣੇ ਜੀਵਨ ਅਮਲੀ ਰੂਪ ਦੇ ਵਿੱਚ ਉਹਨੂੰ ਅਸੀਂ ਬਿਲਕੁਲ ਆਪਣਾ ਆਧਾਰ ਬੇਸ ਬਣਾ ਕੇ ਉਹਦੇ ਉੱਤੇ ਚੱਲਣਾ ਤੇ ਫਿਰ ਉਹ ਆਟੋਮੈਟਿਕ ਹੀ ਇਹਦੇ ਵਿੱਚ ਪ੍ਰਮਾਤਮਾ ਕਦੀ ਤੁਹਾਡਾ ਹੱਥ ਨਹੀਂ ਛੱਡਦਾ, ਕਦੀ ਸਾਥ ਨਹੀਂ ਛੱਡਦਾ। ਉਹ ਤਾਂ ਅਸੀਂ ਆਪਣੇ ਲਾਈਫ ਦੇ ਤਜਰਬੇ ਵਿੱਚੋਂ ਕਹਿ ਰਹੇ ਹਾਂ, ਪਰ ਤੁਸੀਂ ਆਪ ਕਰਕੇ ਦੇਖ ਸਕਦੇ ਹੋ ਹਰ ਇੱਕ ਇਨਸਾਨ। ਆਈ ਥਿੰਕ ਤੁਸੀਂ ਜਿਹੜਾ ਉਹ ਬੈਕਗਰਾਊਂਡ ਰੈਡੀ ਕੀਤਾ ਹੋਇਆ, ਤੁਸੀਂ ਜਿਹੜਾ ਗਰਾਊਂਡ ਵਰਕ ਕਲਗੀਧਰ ਟਰਸਟ ਨੇ ਰੈਡੀ ਕੀਤਾ ਹੋਇਆ ਆ, ਉਹ ਫਰੇਮਵਰਕ ਰੈਡੀ ਕੀਤਾ ਹੋਇਆ ਆ, ਆਈ ਥਿੰਕ ਤੁਸੀਂ ਇੱਥੇ ਤੱਕ ਅੱਪੜ ਚੁੱਕੇ ਹੋ ਕਿ ਅਗਰ ਕਿਸੇ ਇਨਸਾਨ ਨੇ ਹੁਣ ਐਜੂਕੇਸ਼ਨ ਜਿਹੜੀ ਕਲਗੀਧਰ ਟਰਸਟ ਦੇ ਰਿਹਾ ਹੈਗਾ, ਪਹਿਲਾਂ ਤਾਂ ਉਹਨੂੰ ਹੀ ਡੋਨਰ ਆਈ ਥਿੰਕ ਸਮਝੇ ਕਿ ਕਿਸ ਤਰ੍ਹਾਂ ਦੀ ਐਜੂਕੇਸ਼ਨ ਹੈਗੀ ਹੈ, ਜਿੰਨੇ ਤਰ੍ਹਾਂ ਦੀ ਕੁਐਰੀ ਕਰਨੀ ਚਾਹੇ ਉਹ ਕਰ ਸਕਦੇ ਹੈਗੇ ਆ। ਫਿਰ ਜਿਹੜੇ ਬੱਚੇ ਨੂੰ ਹੁਣ ਸਪੋਂਸਰ ਕਰਨਾ, ਕਿਉਂਕਿ ਤੁਸੀਂ ਇੰਨਾ ਈਜ਼ੀ ਕਰ ਦਿੱਤਾ ਹੈ ਹੁਣ, ਨਹੀਂ ਤਾਂ ਹੁੰਦਾ ਕਿ ਕਿੱਥੇ ਡੋਨੇਟ ਕਰੀਏ, ਕਿਹਦੀ ਐਜੂਕੇਸ਼ਨ ਨੂੰ ਸਪੋਰਟ ਕਰੀਏ। ਜਿਸ ਤਰ੍ਹਾਂ ਹੁਣ ਤੁਹਾਡੇ ਕੋਲ ਲਿਸਟਾਂ ਬਣੀਆਂ ਹੋਈਆਂ ਹੈ ਨਾ, ਕਿਉਂ ਨਾ ਅਸੀਂ ਚਲੋ ਪੂਰੀ ਦੁਨੀਆ ਦੀ ਗੱਲ ਕਰਦੇ ਨਾ ਐਜੂਕੇਸ਼ਨ ਸਿਸਟਮ ਦੀ, ਪਰ ਚਲੋ ਕਹਿੰਦੇ ਚੈਰਿਟੀ ਸਟਾਰਟਸ ਫਰੋਮ ਦਾ ਹੋਮ। ਜੇ ਅਸੀਂ ਚਲੋ ਅਸੀਂ ਪੰਜਾਬ ਤੋਂ ਜਾਂ ਪੰਜਾਬ ਦੇ ਆਸੇ-ਪਾਸੇ ਸਟੇਟਾਂ ਦੇ ਵਿੱਚ ਜਿੱਥੇ ਵੀ ਕਹਿ ਲਓ ਵੀ ਸਾਡੇ ਅਦਾਰੇ ਹੈਗੇ ਆ ਜਾਂ ਲਿਸਟਾਂ ਬਣੀਆਂ ਹੋਈਆਂ, ਉਹ ਤਾਂ ਇੱਕ ਈਜ਼ੀ ਹੈ, ਟੇਲਰ ਮੇਡ ਹੋ ਗਿਆ। ਹੁਣ ਤਾਂ ਚੂਜ਼ ਕਰਨਾ ਤੁਸੀਂ ਆਪਣੇ ਜ਼ਿਲ੍ਹੇ ਵਾਈਜ਼ ਚੂਜ਼ ਕਰ ਲਓ, ਜਿਸ ਤਰ੍ਹਾਂ ਵੀ ਹੈਗਾ ਹੈ ਨਾ, ਕਿ ਤੁਸੀਂ ਇੱਕ ਬੱਚੇ ਨੂੰ ਵੀ ਅਗਰ ਐਜੂਕੇਟ ਕਰ ਦਿੰਦੇ ਹੈਗੇ ਆ ਇਸ ਕਹਿ ਲਓ ਵੀ ਜਿਸ ਤਰ੍ਹਾਂ ਦਾ ਸੈਟਅਪ ਕਲਗੀਧਰ ਟਰਸਟ ਦਾ ਹੈਗਾ, ਮੈਨੂੰ ਲੱਗਦਾ ਕਿ ਅਗਰ ਹਰੇਕ ਪਰਿਵਾਰ ਇੱਕ ਬੱਚਾ ਹੀ ਸਪੋਂਸਰ ਕਰ ਲੇ ਤਾਂ ਕਮ ਸੇ ਕਮ ਜਿਹੜੇ ਅਸੀਂ ਇਸ ਧਰਤੀ ਨੂੰ, ਇਸ ਗਲੋਬ ਨੂੰ, ਇਸ ਪ੍ਰਿਥਵੀ ਨੂੰ ਅਸੀਂ ਜਾਂ ਇਨਵਾਇਰਮੈਂਟ ਨੂੰ, ਸੋਸ਼ਲ ਇਨਵਾਇਰਮੈਂਟ ਨੂੰ ਕਹਿ ਲਓ ਵੀ ਜਿਹੜਾ ਅਸੀਂ ਦੁਬਾਰਾ ਰੀਸਟੋਰ ਕਰਨ ਦੀ ਗੱਲ ਕਰ ਰਹੇ ਹਾਂ, ਉਹਦੇ 'ਚ ਕੁਛ ਨਾ ਕੁਛ ਕੰਟਰੀਬਿਊਸ਼ਨ ਤਾਂ ਪਏਗਾ। ਕੀ ਕਹਿਣਾ ਤੁਸੀਂ ਡੋਨਰਸ ਨੂੰ ਕੀ ਕਹਿਣਾ ਚਾਹੋਗੇ ਕਿ ਇਸ ਇਹਦੇ ਵਿੱਚ ਤੁਹਾਡੀ ਪਾਰਟਿਸਿਪੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਉਣ? ਹਾਂ ਬਿਲਕੁਲ, ਸਾਡੀ ਗੱਲ ਉੱਥੋਂ ਹੀ ਇਹ ਮੈਂ ਲਿੰਕ ਕਰ ਰਿਹਾ ਕਿ ਠੀਕ ਹੈ ਏਜੰਡਾ ਹੈ ਨਹੀਂ ਜੀ, ਪਰ ਏਜੰਡਾ ਅਸੀਂ ਬਣਾ ਵੀ ਸਕਦੇ ਹਾਂ ਜੀ। ਹੁਣ ਦੇਖੋ ਵਾਹਿਗੁਰੂ ਇੱਕ ਰਸਤਾ ਜੇ ਬੰਦ ਹੁੰਦਾ ਤਾਂ ਦੂਸਰਾ ਖੁੱਲ੍ਹ ਜਾਂਦਾ ਜੀ। ਸੋ ਇਹ ਸੰਗਤਾਂ ਅੱਗੇ ਅੱਜ ਸਾਡਾ ਜੋ ਰੀਬੂਟ ਪੰਜਾਬ ਦਾ ਪ੍ਰੋਗਰਾਮ ਇਹੋ ਹੀ ਹੈ ਕਿ ਸਾਡੇ ਕੋਲ ਏਜੰਡਾ ਹੈ ਜੀ, ਕਲਗੀਧਰ ਟਰਸਟ ਦਾ ਏਜੰਡਾ ਹੈ ਜੀ। ਉਹ ਕਹਿੰਦੇ ਵੀ 129 ਸਕੂਲ ਤੱਕ ਅਸੀਂ ਪਹੁੰਚ ਗਏ ਹਾਂ, 2 ਯੂਨੀਵਰਸਿਟੀ ਪਹੁੰਚ ਗਏ ਹਾਂ, ਪੰਜਾਬ ਨੂੰ 500 ਸਕੂਲ ਦੇ ਦਿਓ ਉਸ ਪੈਟਰਨ ਦੇ ਉੱਤੇ, ਜਿਹਦੇ ਵਿੱਚ ਕੋਈ ਐਡੀ ਵੱਡੀ ਕਮਿਟਮੈਂਟ ਨਹੀਂ ਹੈ। ਸਿਰਫ 1 ਘੰਟਾ
ਬੱਚਿਆਂ ਨੂੰ ਜਿਹੜਾ ਸ਼ਬਦ ਗੁਰੂ ਹੈ, ਨਿਤਨੇਮ ਹੈ, ਗੁਰਬਾਣੀ ਕੀਰਤਨ ਹੈ, ਆਪਣਾ ਗੁਰਮਤ ਇਤਿਹਾਸ ਗੁਰੂਆਂ ਦੇ ਉਹਦੇ ਨਾਲ ਜੋੜਨਾ। ਜੀ। ਸੋ 1 ਘੰਟਾ ਰੋਜ਼ ਦਾ ਬਹੁਤ ਹੁੰਦਾ। ਬਿਲਕੁਲ। ਤੇ ਬਾਕੀ ਸਬਜੈਕਟ ਤੁਹਾਡੇ ਕੋਲ 6-7 ਹੋਰ ਘੰਟੇ ਨੇ, ਜੋ ਮਰਜ਼ੀ ਕਰੀ ਜਾਓ, ਜੀ। ਪਰ ਜੋ ਉਸ 1 ਘੰਟੇ ਨੇ ਰੰਗ ਲਿਆਉਣਾ, ਜੋ ਇਹਨਾਂ ਬੱਚਿਆਂ ਦਾ ਮੈਂ ਦੇਖ ਰਿਹਾ ਕਿ 129 ਸਕੂਲਾਂ ਦਾ ਇੱਕ ਕਲਚਰ ਬਣਿਆ। ਜੀ। ਕਿਉਂਕਿ ਸਾਰੇ ਸਕੂਲ ਇਸ ਤਰ੍ਹਾਂ ਨਹੀਂ ਹੁੰਦੇ ਵੀ ਇੱਧਰੋਂ ਉੱਧਰੋਂ ਬੱਚੇ ਇਕੱਠੇ ਕਰ ਲਏ। ਉਹ ਪਹਿਲੀ ਕਲਾਸ ਤੋਂ ਸ਼ੁਰੂ ਕਰਦੇ ਨੇ ਤੇ ਹੌਲੀ ਹੌਲੀ 10+2 ਤੱਕ ਜਾਂਦੇ ਨੇ। ਜੀ। ਇਹ ਜਿਹੜਾ ਬੇਸ ਬਣ ਜਾਂਦਾ ਬੱਚੇ ਦਾ, ਇਹ ਬੇਸ ਪੂਰੀ ਜ਼ਿੰਦਗੀ ਉਹਨਾਂ ਨੂੰ ਇਸ ਤਰ੍ਹਾਂ ਦੀ ਦ੍ਰਿੜਤਾ ਉਹਨਾਂ ਦੇ ਕਰੈਕਟਰ 'ਚ ਆ ਜਾਂਦੀ, ਉਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ। ਬਿਲਕੁਲ। ਸੋ ਏਜੰਡਾ ਸਾਡੇ ਕੋਲ ਹੈ। ਜੀ। ਤੇ ਕੋਈ ਵੀ ਸੰਸਥਾ ਇੰਨੀ ਸਮਰੱਥ ਨਹੀਂ ਹੈਗੀ ਕਿ ਐਡੀ ਵੱਡੀ ਪ੍ਰੋਬਲਮ ਨੂੰ, ਜਿਹੜਾ ਕਿ ਤੁਸੀਂ ਇੰਨੇ ਸਾਲ, ਜੇ ਅਸੀਂ ਆਜ਼ਾਦੀ ਤੋਂ ਬਾਅਦ ਵੀ ਲਈਏ 70 ਸਾਲ, ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਦਾ ਗੱਲ ਲਈਏ, ਅਸੀਂ ਉਹਨੂੰ ਅਣਗੌਲਿਆ ਕੀਤਾ, ਆਪਸੀ ਭਰਾ ਮਾਰੂ ਜੰਗ ਦੇ ਵਿੱਚ ਕਹਿਰ ਦਾ ਨੁਕਸਾਨ ਕੀਤਾ। ਬਿਲਕੁਲ। ਪਰ ਐਜ਼ ਏ ਡੋਨਰ ਜੋ ਅਸੀਂ ਪ੍ਰੋਗਰਾਮ ਹੈ ਰੀਬੂਟ ਪਿੰਦਾ, ਮਤਲਬ ਇਹੀ ਹੈ ਕਿ ਤੁਸੀਂ ਜਿਸ ਤਰ੍ਹਾਂ ਇਹ ਕਹਿੰਦੇ ਨੇ ਵੀ ਇੱਕ ਚਿੜੀ ਜੰਗਲ ਦੀ ਅੱਗ ਬੁਝਾਉਣ ਵਾਸਤੇ ਚੁੰਝ 'ਚ ਪਾਣੀ ਲੈ ਕੇ, ਉਹ ਕਹਿੰਦੀ ਐਟਲੀਸਟ ਆਪਣਾ ਜੋ ਉਹਦਾ ਕਿਰਤ ਆ ਉਹ ਕਰ ਦਿੱਤੀ। ਸੋ ਸਾਡੀ ਕਿਰਤ ਇਹੀ ਬਣਦੀ ਹੈ ਕਿ ਦੇਖੋ ਜਿਹੜਾ ਗੁਰੂਆਂ ਦਾ ਜੀਵਨ ਹੈ, ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਦੇਖ ਲਓ 9-10 ਸਾਲ ਦੀ ਉਮਰ ਤੋਂ ਲੈ ਕੇ 42 ਸਾਲ ਦੀ ਉਮਰ ਤੱਕ ਉਹਨੇ ਆਪਣਾ ਜੋ ਏਜੰਡਾ, ਜੋ ਕੰਮ ਕਰਨ ਆਏ ਸੀ, ਇੰਨੀਆਂ ਮੁਸੀਬਤਾਂ ਦੇ ਬਾਵਜੂਦ, ਐਡੀਆਂ ਕੁਰਬਾਨੀਆਂ ਦੇ ਬਾਵਜੂਦ, ਕਿੱਥੇ ਉਹਨਾਂ ਨੂੰ ਪੰਜਾਬ ਤੋਂ ਦੱਖਣ ਵਿੱਚ ਜਾਣਾ ਪਿਆ, ਉੱਥੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆ ਕੇ ਉਹ ਕਾਰਜ ਪੂਰਾ ਕੀਤਾ। ਫਿਰ ਇੱਕ ਜਿਹੜੇ ਇਸ ਤਰ੍ਹਾਂ ਇੱਕ ਜਿਹੜੀ ਉਹਨਾਂ ਦੀ ਸਟੇਟਮੈਂਟ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੋਏ ਤੋਂ ਕਿਆ ਹੋਇਆ ਜੀਵਤ ਗਈ ਹਜ਼ਾਰ। ਇਹ ਇਸ ਸਟੇਟਮੈਂਟ ਦੇ ਉੱਤੇ ਤੁਸੀਂ ਭਾਵੇਂ PhD ਕਰ ਲਓ। ਇਹ ਸਮਾਜ ਨੂੰ ਡਿਫਾਈਨ ਕਰਦਾ। ਸਮਾਜ ਮਤਲਬ ਇਹ ਨਹੀਂ ਹੁੰਦਾ ਕਿ ਮੇਰੇ ਬੱਚੇ, ਸਮਾਜ ਦਾ ਮਤਲਬ ਹੈ ਕਿ ਹਾਂ ਮੇਰੇ ਗੁਆਂਢੀਆਂ ਦੇ ਬੱਚੇ, ਮੇਰੇ ਪਿੰਡ ਦੇ ਬੱਚੇ, ਮੇਰੇ ਸਮਾਜ ਦੇ ਬੱਚੇ। ਠੀਕ ਹੈ, ਜੇ ਅਸੀਂ ਹੁਣ ਪ੍ਰਮਾਤਮਾ ਨੇ ਸਾਨੂੰ ਇੱਥੇ ਸਭ ਕੁਝ ਦਿੱਤਾ, ਕੀ ਅਸੀਂ ਇੱਕ ਬੱਚਾ ਵੀ ਨਹੀਂ ਪੜ੍ਹਾ ਸਕਦੇ? ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਹੋ ਗਏ ਨੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਖਾਣ ਲਈ ਰੋਟੀ ਨਹੀਂ। ਹੁਣ ਜੇ ਸਕੂਲ ਸਾਨੂੰ ਮਿਲੇ ਨੇ, ਸੈਟਅਪ ਮਿਲਿਆ ਹੈ, ਗੁਰਮਤ ਦਾ ਸੈਟਅਪ ਹੈ, ਸਹੀ ਏਜੰਡਾ ਸਾਨੂੰ ਮਿਲਿਆ ਹੈ, ਤੇ ਅਸੀਂ ਮਾੜੀ ਜਿਹੀ ਜਿਹੜੀ ਸਾਡੀ ਜਿਹੜੀ ਕਿਰਤ ਕਰਤੱਵ ਬਣਦਾ, ਜਿਹੜਾ ਸਾਡਾ ਇੱਕ ਸਿੱਖ ਕਿਰਦਾਰ ਅਸੀਂ ਨਿਭਾ ਸਕਦੇ ਹਾਂ, ਉਹ ਅਸੀਂ ਇੱਕ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਲਈਏ, ਜੋ ਕਿ 30 ਪਾਉਂਡ ਮਹੀਨੇ ਦੀ ਹੈ। ਤੇ ਉਹ ਜਦੋਂ ਬੱਚੇ ਦਾ ਤੁਹਾਡਾ ਕਮਿਊਨੀਕੇਸ਼ਨ ਉਹਦੇ ਨਾਲ ਹੋਏਗਾ, ਤੇ ਤੁਹਾਡੇ ਆਪਣੇ ਜੀਵਨ ਦੇ ਵਿੱਚ ਤੁਹਾਡੀ ਜਿਹੜੀ ਪ੍ਰਾਇਓਰਟੀਜ਼ ਆ ਉਹ ਚੇਂਜ ਹੋ ਜਾਣਗੀਆਂ। ਕਿਉਂਕਿ ਇੱਕ ਸੈਕਰੀਫਾਈਸ ਤਾਂ ਤੁਸੀਂ ਕਰਨੀ ਹੈ 30 ਪਾਉਂਡ ਮਹੀਨੇ ਦੀ। ਉਹ ਬੜੀ ਹੱਦ ਤੁਹਾਡੇ ਸਿਨੇਮਾ ਜਾਂ ਪੀਜ਼ਾ ਜਾਂ ਹੋਰ ਇੱਧਰੋਂ ਕਿਤੇ ਤਾਂ ਘਟਾਉਣਾ ਪਏਗਾ ਨਾ ਤੁਹਾਨੂੰ। ਪਰ ਉਹ ਤੁਹਾਡੀ ਇੱਕ ਸੈਕਰੀਫਾਈਸ ਨਾ, ਉਹ ਤੁਹਾਡਾ ਇੱਕ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ ਹੈ। ਤੇ ਪ੍ਰਮਾਤਮਾ ਤੁਹਾਨੂੰ ਕੋਈ ਵੀ ਤੁਹਾਡਾ ਜਿਹੜਾ ਨਾ, ਉਹ ਕਦੀ ਵੀ ਇੱਕ ਤਿਲ ਦੀ ਵੀ ਘਾਲਣਾ ਆਪਣੇ ਕੋਲ ਨਹੀਂ ਰੱਖਦਾ। ਉਹ 10 ਗੁਣਾ ਹੋ ਕੇ ਤੁਹਾਡੇ ਕੋਲ ਵਾਪਸ ਆਉਂਦੀ ਹੈ। ਪਰ ਸਭ ਤੋਂ ਵੱਡੀ ਜਿਹੜੀ ਸਾਡੇ ਕੌਮ ਦੇ ਵਿੱਚ ਇਸ ਵੇਲੇ ਬਿਮਾਰੀ ਹੈ, ਪੈਸੇ ਇਕੱਠੇ ਕਰਨੇ ਦੀ ਬਿਮਾਰੀ ਹੈ। ਪੈਸੇ ਦੀ ਕਮੀ ਨਹੀਂ, ਸੋਚ ਦੀ ਬਹੁਤ ਵੱਡੀ ਕਮੀ ਹੈ। ਤੇ ਉਹ ਮੈਂ ਤਾਂ ਅੱਜ ਦੱਸ ਦੇਵਾਂ ਕਿ ਜਿਹੜਾ ਸਿੱਖ ਆਪਣਾ ਬੈਂਕ ਦੇ ਵਿੱਚ ਨਾ 5-5, 10-10 ਮਿਲੀਅਨ ਦੇ ਬੈਲੈਂਸ ਛੱਡ ਕੇ ਜਾਣਾ, ਮੈਨੂੰ ਨਹੀਂ ਪਤਾ ਕਿ ਉਹਦੀ ਅੱਗੇ ਜਾ ਕੇ ਉਹਦਾ ਹਿਸਾਬ ਕਿੱਦਾਂ ਦੇਣਾ। ਤੁਸੀਂ ਠੀਕ ਹੈ 20 ਮਿਲੀਅਨ ਦਾ ਬੈਲੈਂਸ ਛੱਡ ਜਾਓ, ਪਰ ਜੇ ਤੁਸੀਂ ਪੂਰੀ ਜ਼ਿੰਦਗੀ ਦਸਵੰਧ ਨਹੀਂ ਕੱਢਿਆ, ਉਹ ਸਮਝ ਲਓ ਕਿ ਤੁਸੀਂ ਸਭ ਤੋਂ ਵੱਡੀ ਆਪਣੀ ਜ਼ਿੰਦਗੀ ਦੀ ਲਾਇਬਿਲਿਟੀ ਲੈ ਕੇ ਇੱਥੋਂ ਜਾ ਰਹੇ ਹੋ। ਤੇ ਉਹਦੀ ਕੀ ਸਜ਼ਾ ਹੋਏਗੀ ਉਹ ਵਾਹਿਗੁਰੂ ਹੀ ਜਾਣਦਾ। ਸੋ ਅਸੀਂ ਘੱਟੋ ਘੱਟ ਇਹ ਹੈ ਕਿ ਜੋ ਸਿਰਫ ਜੋ ਸਾਡਾ ਏਜੰਡਾ, ਜੋ ਸਾਡਾ ਇੱਕ ਮਿਸ਼ਨ ਹੈ, ਜੋ ਬੜੀ ਸਿੰਪਲ ਸਟੇਟਮੈਂਟ ਹੈ, ਨਾਮ ਜਪੋ ਕਿਰਤ ਕਰੋ ਵੰਡ ਛਕੋ, ਉਹਦੇ ਵਿੱਚ ਸਾਡਾ ਇੰਨਾ ਹੀ ਫਰਜ਼ ਬਣਦਾ ਕਿ ਅਸੀਂ ਜੇ ਕੁਝ ਵੀ ਨਹੀਂ ਕਰ ਸਕਦੇ, ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਨਿਚਲਾ, ਸਭ ਤੋਂ ਸੌਖਾ ਦਾਨ ਹੈ ਮਾਇਆ ਦਾ ਦਾਨ, ਪਰ ਅਸੀਂ ਉਹ ਵੀ ਨਹੀਂ ਕਰ ਰਹੇ। ਅਸੀਂ ਆਪਣਾ ਦਸਵੰਧ ਵੀ ਨਹੀਂ ਦੇ ਰਹੇ। ਤੇ ਪੰਜਾਬ ਦੀ ਹਾਲਤ ਅਸੀਂ ਦੇਖ ਰਹੇ ਹਾਂ ਹੁਣ। ਸੇ ਭਗਵੰਤ ਮਾਨ ਬਣ ਗਏ ਚੀਫ ਮਿਨਿਸਟਰ, ਹੈ ਨਾ। ਸੋ ਭਗਵੰਤ ਵੀ ਇੰਨਾ ਇੰਪੋਰਟੈਂਟ ਨਹੀਂ, ਮਾਨ ਵੀ ਇੰਨਾ ਇੰਪੋਰਟੈਂਟ ਨਹੀਂ। ਜਿਹੜਾ ਸਾਰਿਆਂ ਨਾਲੋਂ ਇੰਪੋਰਟੈਂਟ ਹਿੱਸਾ ਸਿੰਘ ਹੈ ਉਹ ਮਿਸਿੰਗ ਆ। ਸੋ ਇਹ ਜਿਹੜਾ ਜਿੰਨਾ ਚਿਰ ਪੰਜਾਬ ਦੇ ਵਿੱਚ ਸਾਡਾ ਜਿਹੜਾ ਸਿੱਖੀ ਦਾ ਏਜੰਡਾ ਹੈ ਨਾ, ਹੁਣ ਮੈਂ ਬੜਾ ਹੈਰਾਨ ਹੋਇਆ ਕਿ ਉਹ ਪਹਿਲੀ ਮੀਟਿੰਗ ਹੋਈ ਕੇਜਰੀਵਾਲ ਜੀ ਦੇ ਨਾਲ, ਤੇ ਉੱਥੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾ ਸਤਿ ਸ੍ਰੀ ਅਕਾਲ। ਹੁਣ ਉਹ ਆ ਰਿਹਾ ਹੌਲੀ ਹੌਲੀ, ਕਿਉਂਕਿ ਪੰਜਾਬ ਦੀ ਧਰਤੀ ਹੈ, ਇਹ ਵਾਂਝ ਨਹੀਂ ਹੋ ਸਕਦੀ। ਇੱਥੋਂ ਸਿੱਖੀ ਦੀ ਫੁਲਵਾੜੀ ਹਮੇਸ਼ਾ ਮਹਿਕਾ ਮਾਰੇਗੀ, ਪੂਰੀ ਦੁਨੀਆ 'ਚ ਮਹਿਕਾ ਮਾਰੇਗੀ। ਸੋ ਚੜ੍ਹਦੀ ਕਲਾ ਵਾਲਾ ਮੈਸੇਜ ਇਹੋ ਆ। ਪਰ ਸਾਨੂੰ ਇੱਕ ਹੈ ਕਿ ਅਸੀਂ ਇੱਕ ਬੱਚੇ ਨੂੰ, ਅਸੀਂ ਜਿਹੜਾ 500 ਸਕੂਲ ਦਾ ਟਾਰਗੇਟ ਸਾਡਾ ਪੂਰਾ ਹੋ ਜਾਏ। ਬਾਕੀ ਮਾਨ ਸਾਹਿਬ ਨੇ ਤਾਂ ਲਾਈਨ 'ਚ ਆ ਹੀ ਜਾਣਾ ਹੌਲੀ ਹੌਲੀ। ਤੇ ਬਹੁਤ ਵੱਡਾ ਇਹ ਬੜਾ ਵਧੀਆ ਬਦਲਾਅ ਆਇਆ। ਸਪੋਰਟ ਕਰੋ ਉਹਨਾਂ ਦੇ, ਜੋ ਵੀ ਕਰਪਸ਼ਨ ਕ੍ਰਾਈਮ ਨੂੰ ਉਹ ਖਤਮ ਕਰ ਰਹੇ ਨੇ। ਬਹੁਤ ਵਧੀਆ ਏਜੰਡਾ, ਪਰ ਜੇ ਆਪਣੇ ਤੇ ਹਾਵੀ ਨਾ ਹੋਣ ਦਿਓ। ਜੇ ਹਾਵੀ ਹੋ ਗਏ ਤੇ ਜੋ ਨੁਕਸਾਨ ਹੁੰਦਾ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਸੈਂਟਰ ਨੇ ਕਦੀ ਸਾਨੂੰ ਇਸ ਪਾਸੇ ਚੱਲਣ ਨਹੀਂ ਦਿੱਤਾ। ਹਰ ਪਾਸੇ ਸਾਨੂੰ
ਨਵੀਂ ਵੰਗਾਰ ਹੀ ਮਿਲੀ ਹੈ। ਜੀ ਸੋ ਇਹ ਬਦਲਾਅ ਤੇ ਇਸ ਬਦਲਾਅ ਨੂੰ ਅਸੀਂ ਜਿੰਨਾ ਵੀ ਆਪਣਾ ਪੋਜ਼ਿਟਿਵਲੀ ਵਰਤ ਸਕੀਏ ਵਰਤਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ ਜੀ। ਟਵਾਲ ਸਾਹਿਬ ਬੜੀ ਖੂਬਸੂਰਤੀ ਦੇ ਨਾਲ ਤੁਸੀਂ ਬੜਾ ਵੱਡਾ ਜਿਹੜਾ ਮੁੱਦਾ ਸੀਗਾ ਉਹਨੂੰ ਤੁਸੀਂ ਘੇਰ ਕੇ ਲਿਆਏ ਤੇ ਆਪਣੀ ਕਹਿ ਲਓ ਐਜੂਕੇਸ਼ਨ ਜਾਂ ਇਹ ਜਿਹੜਾ ਤੁਸੀਂ ਪਲੈਟਫਾਰਮ ਇੱਕ ਆਈ ਥਿੰਕ ਬੜਾ ਈਜ਼ੀ ਰੈਡੀਮੇਡ ਕਰਕੇ ਹੁਣ ਦੇ ਦਿੱਤਾ ਆ ਕਿ ਜਿਹੜੀ ਐਜੂਕੇਟ ਟੂ ਸੇਵ ਦੀ ਵੈਬਸਾਈਟ ਹੈਗੀ ਉੱਥੇ ਜਾ ਕੇ ਸਾਡੇ ਡੋਨਰ ਜਾਂ ਦਰਸ਼ਕ ਜਿਹੜਾ ਉੱਥੇ ਦੇਖ ਸਕਦੇ ਹੈਗੇ ਨੇ ਕਿੰਨਾ ਕੰਮ ਕਰਕੇ ਕਿੱਥੇ ਤੱਕ ਪਹੁੰਚੇ ਹੈਗੇ ਆ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿੰਨਾ ਵੀ ਚਲੋ ਇਨਸਾਨ ਤਰੱਕੀ ਕਰਦਾ ਹੈਗਾ ਆ ਉਹ ਜਸਟੀਫਾਈ ਹੋ ਜਾਊਗਾ ਜੇ ਉਹਦੇ ਵਿੱਚੋਂ ਦਸਵੰਧ ਜਿਹੜਾ ਕੱਢਿਆ ਜਾਵੇ ਤੇ ਜਿਹੜਾ ਕਹਿ ਲਓ ਵੀ ਸਹੀ ਪਾਸੇ ਲੱਗ ਜੇ। ਸੋ ਇਹਦੇ ਨਾਲ ਐਗਰੀ ਕਰਦੇ ਹਾਂ ਜੀ। ਬਾਕੀ ਦੇਸ਼ ਵਿਦੇਸ਼ ਦੇ ਸਾਰੇ ਹੀ ਜਿਹੜੇ ਕਹਿ ਲਓ ਪੰਜਾਬੀ ਕਹਿ ਲਓ ਉਹਨਾਂ ਨੂੰ ਬੜੀਆਂ ਉਮੀਦਾਂ ਹੈ ਜੀ ਭਗਵੰਤ ਸਿੰਘ ਮਾਨ ਤੋਂ, ਹੈ ਨਾ ਜੀ। ਸਿੰਘ ਜ਼ਰੂਰ ਕਹੋ ਤੇ ਹਾਂਜੀ ਸਿੰਘ, ਜਿਸ ਤਰ੍ਹਾਂ ਤੁਸੀਂ ਕਿਹਾ ਸਿੰਘ ਅਸੀਂ ਪਾ ਦਿੰਦੇ ਹਾਂ ਜੀ। ਸੋ ਭਗਵੰਤ ਸਿੰਘ ਮਾਨ ਤੋਂ ਬੜੀਆਂ ਉਮੀਦਾਂ ਹੈ ਜੀ, ਵਾਕਈ ਬੜੀਆਂ ਉਮੀਦਾਂ ਨੇ। ਬਹੁਤ ਵੱਡਾ ਇੱਕ ਚੇਂਜ ਓਵਰ ਹੋਇਆ ਆ ਕਿ ਆਈ ਥਿੰਕ ਲੋਕ ਫੈਡ ਅਪ ਵੀ ਬਹੁਤ ਸੀਗੇ, ਬਟ ਨਾਲ ਦੀ ਨਾਲ ਗੱਲ ਇਹ ਆ ਕਿ ਸਰਕਾਰਾਂ ਨੇ ਆਪਣੇ ਕੰਮ ਕਰਨੇ ਆ, ਬਟ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਗੈਪ ਪੂਰਨੇ ਹੁੰਦੇ ਆ ਉਹ ਸੰਸਥਾਵਾਂ ਨਹੀਂ ਪੂਰਨੇ ਆ ਕਿਉਂਕਿ ਸਰਕਾਰਾਂ ਦੇ ਹੋਰ ਬੜੇ ਡਿਸਟਰੈਕਸ਼ਨਸ ਹੈਗੀਆਂ ਨੇ, ਬੜੇ ਮੁੱਦੇ ਹੈਗੇ ਨੇ ਉਹਨਾਂ ਕੋਲੇ। ਪਰ ਸਾਡੇ ਕੋਲ ਇੱਕ ਵਨ ਡਾਇਰੈਕਸ਼ਨਲ ਜਿਹੜਾ ਕਹਿ ਲਓ ਅਸੀਂ ਕੰਮ ਕਰ ਸਕਦੇ ਹੈਗੇ ਆ, ਇੱਕ ਫੋਕਸ ਲੈ ਕੇ ਕੰਮ ਕਰ ਸਕਦੇ ਹੈਗੇ, ਇੱਕ ਪਰਪਸ ਲੈ ਕੇ ਕੰਮ ਕਰ ਸਕਦੇ ਆ। ਉਹ ਸੰਸਥਾ ਦੀ ਇੱਕ ਐਡਵਾਂਟੇਜ ਹੁੰਦੀ ਹੈਗੀ ਹੈ ਨਾ ਜੀ। ਸੋ ਆਪਣੇ ਦਰਸ਼ਕਾਂ ਨੂੰ ਇਸ ਐਪੀਸੋਡ ਦੇ ਐਂਡ ਦੇ ਵਿੱਚ ਇਹੀ ਅਸੀਂ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਡੇ ਐਪੀਸੋਡਸ ਨੂੰ ਹੁੰਗਾਰਾ ਦਿੱਤਾ ਉਸੇ ਤਰ੍ਹਾਂ ਜਿਹੜਾ ਹੈ ਇਹ ਇਸ ਰੀਬੂਟ ਪੰਜਾਬ ਦੇ ਐਪੀਸੋਡ ਨੂੰ ਤੁਸੀਂ ਦੁਬਾਰਾ ਤੋਂ ਫਿਰ ਉਹੀ ਹੁੰਗਾਰਾ ਦਿਓ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਹੈ ਸਪੋਂਸਰ ਕਰਨੀ, ਇੱਕ ਬੱਚੇ ਦੀ ਅਗਰ ਤੁਸੀਂ ਜ਼ਿੰਦਗੀ ਦੀ ਜ਼ਿੰਮੇਵਾਰੀ ਐਜੂਕੇਸ਼ਨ ਦੀ ਲੈ ਲੈਂਦੇ ਹੋ 30 ਪਾਉਂਡ ਮਹੀਨੇ ਦੇ ਵਿੱਚ ਉਹ ਜਿਹੜੀ ਤੁਹਾਡੀ ਜ਼ਿੰਮੇਵਾਰੀ ਪੂਰੀ ਹੋ ਜਾਂਦੀ ਹੈਗੀ ਹੈ। ਸੋ ਉਮੀਦ ਕਰਦੇ ਹਾਂ ਜੀ ਤੁਹਾਡਾ ਭਰਪੂਰ ਸਾਥ ਮਿਲੇਗਾ। ਸੋ ਟਵਾਲ ਸਾਹਿਬ ਲੈਂਦੇ ਹਾਂ ਜੀ ਇਜਾਜ਼ਤ ਅੱਜ ਦੇ ਐਪੀਸੋਡ ਦੀ। ਸੋ ਸਾਨੂੰ ਦਿਓ ਜੀ ਇਜਾਜ਼ਤ, ਅਗਲੀ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।